ਜਦੋਂ ਵੀ ਪੰਜਾਬ ਆਪਣੇ ਹੱਕ ਦੇ ਲਈ ਕਿਤੇ ਵੀ ਉੱਠਦਾ, ਆਵਾਜ਼ ਉਠਾਉਂਦਾ, ਬੁਲੰਦ ਆਵਾਜ਼, ਬੁਲੰਦ ਨਾਅਰੇ ਲਾਉਂਦਾ, ਝੰਡੇ ਚਲਾਉਂਦਾ, ਉਦੋਂ ਹਮੇਸ਼ਾ ਉਹਨਾਂ ਨੂੰ ਇੱਕੋ ਹੀ ਟੈਗਲਾਈਨ ਦਿੱਤੀ ਜਾਂਦੀ ਹੈ, ਅੱਤਵਾਦੀ। ਇਦਾਂ ਕਿਉਂ? ਇਹ ਤਾਂ ਜੀ ਦੇਖੋ ਸੌਖਾ ਤਰੀਕਾ ਇਹਨਾਂ ਨੂੰ ਲੱਭ ਗਿਆ ਕਿ ਜਿਹੜਾ ਵੀ ਹਨਾ ਅੱਤਵਾਦੀ ਆਖ ਕੇ ਬਦਨਾਮ ਕਰ ਦੋ। ਜੇ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ, ਇਹ ਪਹਿਲੀ ਕਿਸਮ ਦਾ ਆਪਣੀ ਟਾਈਪ ਦਾ ਇਹ ਮੋਰਚਾ ਹੈ ਹਨਾ, ਜਿਹਦੇ ਵਿੱਚ ਮੋਰਚੇ ਦੇ ਲੋਕਾਂ ਨੇ ਇੰਨੀ ਭੀੜ ਇਕੱਠੀ ਹੋਈ ਹੋਵੇ, ਇੰਨਾ ਜੋਸ਼ ਹੋਵੇ ਨੌਜਵਾਨਾਂ 'ਚ, ਤੇ ਇੱਕ ਕਿਸੇ ਦਾ ਇੱਦਾਂ ਸੂਈ ਤੱਕ ਕੋਈ ਹਲਾਈ ਨਾ ਹੋਵੇ, ਕੋਈ ਪੱਤਾ ਨਾ ਤੋੜਿਆ ਹੋਵੇ, ਤੇ ਸਰਕਾਰਾਂ ਨੇ ਆਪ ਹੀ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕੀਤਾ ਹੋਵੇ। ਗੁਰੂ ਨਾਨਕ ਦਾ ਹੱਥ ਆ, ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਸਬਰ ਸਾਨੂੰ ਮਿਲਿਆ ਹੋਇਆ, ਇਹ ਬੜੇ ਸਬਰ ਦੇ ਨਾਲ ਬੈਠੇ ਆ। ਪਰ ਜੇ ਨਿਹੋਰੇ ਮਾਰੀ ਜਾਣਗੇ, ਕੁਛ ਨਾ ਕੁਛ ਕਰੀ ਜਾਣਗੇ, ਤਾਂ ਫਿਰ ਜਿੱਦਣ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਇਹਨਾਂ ਨੂੰ ਮਿਲ ਗਿਆ, ਜਿਹੜੇ ਇਹ ਬੈਰੀਅਰ ਟੱਪ ਕੇ ਇਹਨਾਂ ਦੇ ਸ਼ੰਭੂ ਵਾਲੇ ਇੱਥੇ ਪਹੁੰਚੇ ਆ, ਤੇ ਇੱਥੋਂ ਪਾਰਲੀਮੈਂਟ ਪਹੁੰਚਣ ਨੂੰ ਵੀ ਇਹਨਾਂ ਨੂੰ ਟਾਈਮ ਨਹੀਂ ਲੱਗਣਾ ਬਾਲਾ। ਇਹ ਤਾਂ ਸਾਰੇ ਭਗਤ ਬਣ ਚੁੱਕੇ ਆ ਇਸ ਗਵਰਨਮੈਂਟ ਦੇ। ਸੋ ਇਸ ਮੋਰਚੇ ਨੇ ਉਹ ਇਹਨਾਂ ਦਾ ਜਿਹੜਾ ਮਖੌਟਾ ਸੀਗਾ ਉਹ ਲਾਇਆ ਕਿ ਲੋਕ ਦੁਖੀ ਨੇ। ਸ਼ਾਂਤਮਈ ਸੰਘਰਸ਼ ਚੱਲ ਰਿਹਾ ਹੁੰਦਾ, ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਉੱਥੇ ਕੋਈ ਉੱਚੀ ਨੀਵੀਂ ਗੱਲ ਨਾ ਹੋਵੇ, ਉਹਨਾਂ ਲੋਕਾਂ ਦੀ ਜਿਹੜੀ ਸੇਫਟੀ ਆ ਉਹ ਸਰਕਾਰ ਦੀ ਜ਼ਿੰਮੇਵਾਰੀ ਆ। ਇੱਥੇ ਪੁੱਠਾ ਕੰਮ ਹੋ ਰਿਹਾ ਕਿ ਸਰਕਾਰਾਂ ਤਾਂ ਚਾਹ ਰਹੀਆਂ ਨੇ ਕਿ ਇੱਥੇ ਕੋਈ ਨਾ ਕੋਈ ਹਿੰਸਾ ਹੋਵੇ, ਆਪਸ ਲੜ ਪੈਣ। ਸ਼ਾਇਦ ਇਸੇ ਕਰਕੇ ਹੀ ਸੰਘਰਸ਼ ਨੂੰ ਅਸੀਂ ਕਹੀਏ ਜੀ ਇਹ ਤਾਂ ਹਿੰਸਕ ਨੇ। ਦਿੱਲੀ ਸਿੰਘੂ ਬਾਰਡਰ ਕਿਸਾਨਾਂ ਦਾ ਸੰਘਰਸ਼ ਜਿਹੜਾ ਲਗਾਤਾਰ ਜਾਰੀ ਹੈ। ਦਸੰਬਰ ਦਾ ਮਹੀਨਾ ਔਰ ਦਿਨ ਬ ਦਿਨ ਜਿਹੜੀ ਹੈ ਸਰਦੀ ਵੱਧਦੀ ਜਾ ਰਹੀ ਹੈ। ਹਰ ਇੱਕ ਕਲਾਕਾਰ ਅਦਾਕਾਰ ਇੱਥੇ ਆਣ ਕੇ ਆਪਣੀ ਸੇਵਾ ਨਿਭਾ ਰਿਹਾ। ਰਵਿੰਦਰ ਗਰੇਵਾਲ ਜੀ ਵੀ ਸਾਡੇ ਨਾਲ ਇੱਥੇ ਪਹੁੰਚੇ ਹੋਏ ਨੇ ਔਰ ਗੱਲਬਾਤ ਕਰਦੇ ਆ, ਕਿਉਂਕਿ ਜਦੋਂ ਵੀ ਮੌਕਾ ਮਿਲਦਾ ਹਰ ਗਾਇਕ ਜਿਹੜਾ ਇੱਥੇ ਪਹੁੰਚਦਾ ਆਪਣਾ ਯੋਗਦਾਨ ਪਾ ਰਿਹਾ, ਕਿਉਂਕਿ ਕਿਸਾਨੀ ਸੰਘਰਸ਼ ਦੇ ਵਿੱਚ ਹਰ ਕਿਸੇ ਦਾ ਆਪਣਾ ਵੱਡਾ ਯੋਗਦਾਨ ਰਿਹਾ ਹੈ। ਰਵਿੰਦਰ ਗਰੇਵਾਲ ਜੀ ਨੇ ਸਰ ਕੀ ਕਹਿਣਾ ਚਾਹੁੰਦੇ ਹੋ? ਕਿਸਾਨੀ ਸੰਘਰਸ਼ ਜਿਹੜਾ ਦਿਨ ਬ ਦਿਨ ਲੰਬਾ ਹੁੰਦਾ ਜਾ ਰਿਹਾ, ਇੱਕ ਪੈਂਡਾ ਮਿੱਥਿਆ ਹੋਇਆ ਸੀ, ਭਾਵੇਂ ਕਿ 6 ਮਹੀਨੇ ਦਾ ਟਾਰਗੇਟ ਸੀਗਾ ਕਿ 6 ਮਹੀਨੇ ਤੱਕ ਦਾ ਰਾਸ਼ਨ ਆਇਆ ਹੋਇਆ ਔਰ ਅਸੀਂ 6 ਮਹੀਨੇ ਤੱਕ ਬਹਿਣਾ, ਪਰ ਫਿਰ ਵੀ ਕਿਤੇ ਨਾ ਕਿਤੇ ਹੁਣ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ। ਦੇਖੋ ਸੰਘਰਸ਼ ਤਾਂ ਤਿੱਖਾ ਹੋਣਾ ਹੀ ਹੋਣਾ, ਕਿਉਂਕਿ ਜਿੰਨੀ ਦੇਰ ਜਿਹੜੇ ਕਾਨੂੰਨਾਂ ਦੇ ਖਿਲਾਫ ਸਾਰੇ ਕਿਸਾਨ ਸਾਡੇ ਲੋਕ ਜਿਹੜੇ ਨਿਕਲ ਕੇ ਆਏ ਆ, ਔਰ ਉਨੀ ਦੇਰ ਕਿਸੇ ਨੇ, ਕਿਉਂਕਿ ਕਿਸੇ ਨੂੰ ਵੀ ਪੁੱਛ ਲਓ ਤੁਸੀਂ, ਉਹ ਹਰ ਬੰਦੇ ਦੇ ਦਿਲ ਦੀ ਇੱਕੋ ਹੀ ਆਵਾਜ਼ ਆ ਕਿ ਅਸੀਂ ਇਹ ਕਾਨੂੰਨ ਰੱਦ ਕਰਾਏ ਬਿਨਾਂ ਵਾਪਸ ਨਹੀਂ ਜਾਣਾ। ਸੋ ਇਹ ਤਾਂ ਹੁਣ ਸਰਕਾਰ ਦੇ ਉੱਪਰ ਆ ਕਿ ਉਹਨਾਂ ਨੇ ਇਹ ਕਿੰਨਾ ਲੰਬਾ ਇਹਨੂੰ ਚਲਾਉਣਾ ਚਾਹੁੰਦੇ ਆ ਹਨਾ, ਕਿੰਨੀ ਕੁ ਹੋਰ ਚਾਹੁੰਦੇ ਆ ਆਪਣੀ ਥੂ ਕਰਾਉਣੀ ਇੰਟਰਨੈਸ਼ਨਲ ਲੈਵਲ ਤੇ। ਤੋਂ ਜਿੰਨੀ ਛੇਤੀ ਮੰਨ ਲੈਣਗੇ ਉਨੀ ਚੰਗੀ ਗੱਲ ਆ। ਪਰ ਇਹ ਲੋਕ ਜਿਹੜੇ ਬੈਠੇ ਆ ਇਹ ਆਰ ਪਾਰ ਦੀ ਲੜਾਈ ਲੈ ਕੇ ਆਏ ਆ, ਔਰ ਇਹਨਾਂ ਨੇ ਰੱਦ ਕਰਾਏ ਬਿਨਾਂ ਮੁੜਨਾ ਨਹੀਂ ਹੈ। ਜੇ ਮੰਨਣ ਦੀ ਗੱਲ ਕਰ ਰਹੇ ਹਾਂ ਕਿ ਸਰਕਾਰਾਂ ਨੂੰ ਵੀ ਪਤਾ ਲੱਗ ਗਿਆ ਕਿ ਕਿਸਾਨ ਵੀ ਹੁਣ ਕਿਸੇ ਤਰ੍ਹਾਂ ਮੰਨਣ ਵਾਲੇ ਨਹੀਂ, ਕਿਉਂਕਿ ਅੱਗੇ ਜੇ 2 ਮਹੀਨੇ ਪਹਿਲੇ ਦੀ ਗੱਲ ਕਰੀਏ, ਜਦੋਂ ਰੇਲ ਪਟਰੀਆਂ ਤੇ ਜਾ ਕੇ ਬੈਠੇ ਹੋਏ ਸੀ, ਪੱਤਰਾਂ ਦੇ ਵਿੱਚ ਗੱਦੇ ਲਾਏ ਹੋਏ ਸੀ, ਉੱਥੇ ਵੀ ਇੱਕ ਪ੍ਰਦਰਸ਼ਨ ਚੱਲ ਰਿਹਾ ਸੀ। ਪਰ ਹੁਣ ਇੱਥੋਂ ਦਾ ਸਫ਼ਰ ਜਿਹੜਾ ਇਹ ਲੰਬਾ ਹੋ ਗਿਆ ਔਰ ਇੱਥੇ ਆਣ ਕੇ ਵੀ ਇੰਨੇ ਦਿਨ ਹੋ ਗਏ ਨੇ। ਦੇਖੋ ਸੰਘਰਸ਼ ਜਦੋਂ ਚੱਲਦੇ ਆ, ਬਾਕੀ ਥੋੜੀ ਜੀ ਸਰਕਾਰ ਵੀ ਇਹ ਢੀਠ ਸਰਕਾਰ ਹੈਗੀ ਆ, ਜਿਨ੍ਹਾਂ ਨੇ ਪਹਿਲਾਂ ਤਾਂ ਇਸ ਸੰਘਰਸ਼ ਨੂੰ ਬਖੇਰਨ ਦੀ ਕੋਸ਼ਿਸ਼ ਕੀਤੀ, ਹਰ ਤਰੀਕੇ ਦੇ ਨਾਲ ਇਗਨੋਰ ਕੀਤਾ ਦਿਲੋਂ ਹੀ, ਕਿ ਜਿਵੇਂ ਕੋਈ ਬੈਠਾ ਹੀ ਨਹੀਂ ਹੁੰਦਾ ਇੱਥੇ। ਲੱਖਾਂ ਲੋਕਾਂ ਨੂੰ ਇੱਦਾਂ ਇਗਨੋਰ ਕੀਤਾ ਗਿਆ ਕਿ ਜਿਵੇਂ ਕੁਝ ਹੋ ਹੀ ਨਹੀਂ ਰਿਹਾ। ਸੋ ਫਿਰ ਇਹਨਾਂ ਤੇ ਅਲੱਗ-ਅਲੱਗ ਆਰੋਪ ਲਾਏ ਗਏ, ਕਦੇ ਤਾਂ ਜੀ ਇਹ ਅੱਤਵਾਦੀ ਨੇ, ਕਦੇ ਇਹਨਾਂ ਨੂੰ ਆਪੋਜੀਸ਼ਨ ਪਾਰਟੀਆਂ ਨੇ ਇਕੱਠੇ ਕਰਕੇ ਬਿਠਾਤਾ, ਤੋਂ ਕਦੇ ਇਹ ਮਾਓਵਾਦੀ ਨੇ ਹਨਾ। ਤੋਂ ਇਹੋ ਜਿਹੇ ਜਿਹੜੇ ਮਤਲਬ ਹੁਣ ਅਖੀਰ ਤੇ ਆ ਕੇ ਫਿਰ ਇਹ ਸਾਰੀਆਂ ਚਾਲਾਂ ਉਹਨਾਂ ਦੀਆਂ ਫੇਲ ਹੋ ਗਈਆਂ। ਗੋਦੀ ਮੀਡੀਆ ਦੀਆਂ ਚਾਲਾਂ ਬਦਨਾਮ ਕਰਨ ਦੀਆਂ ਇਸ ਸੰਘਰਸ਼ ਨੂੰ, ਉਹ ਫੇਲ ਹੋ ਗਈਆਂ। ਸੋ ਅਖੀਰ ਤੇ ਫਿਰ ਗੱਲ ਕਰਨੀ ਪਈ, ਕਿਸਾਨ ਜਥੇਬੰਦੀਆਂ ਨੂੰ ਬੁਲਾਉਣਾ ਪਿਆ। ਸੋ ਹੁਣ ਗੱਲਬਾਤ ਚੱਲ ਰਹੀ ਆ। ਕੁਛ ਚੀਜ਼ਾਂ ਜਿਹੜੀਆਂ ਉਹ ਮਤਲਬ ਆਪਣੇ ਵੱਲੋਂ ਸਰਕਾਰ ਜਿਹੜੀ ਪਹਿਲਾਂ ਕਹਿੰਦੀ ਸੀ ਜੀ ਬਿਲਕੁਲ ਕੋਈ ਗੱਲ ਹੋ ਹੀ ਨਹੀਂ ਸਕਦੀ, ਸੋ ਹੁਣ ਉਹ ਉਹਨਾਂ ਚੀਜ਼ਾਂ ਲਈ ਤਿਆਰ ਵੀ ਹੋਈ ਆ। ਸੋ ਜਿਹੋ ਜਿਹਾ ਮਾਹੌਲ ਇੱਥੇ ਬਣ ਰਿਹਾ, ਜੋ ਲੋਕਾਂ ਦਾ ਜੋਸ਼ ਆ, ਸੋ ਮੈਨੂੰ ਨਹੀਂ ਲੱਗਦਾ ਬਾਹਲੇ ਦਿਨ ਇਹ ਕਾਨੂੰਨ ਰਹਿਣਗੇ, ਇਹ ਛੇਤੀ ਰੱਦ ਹੋਣਗੇ ਹੀ ਹੋਣਗੇ। ਜਦੋਂ ਵੀ ਪੰਜਾਬ ਆਪਣੇ ਹੱਕ ਦੇ ਲਈ ਕਿਤੇ ਵੀ ਉੱਠਦਾ, ਆਵਾਜ਼ ਉਠਾਉਂਦਾ, ਬੁਲੰਦ ਆਵਾਜ਼, ਬੁਲੰਦ ਨਾਅਰੇ ਲਾਉਂਦਾ, ਝੰਡੇ ਚਲਾਉਂਦਾ, ਉਦੋਂ ਹਮੇਸ਼ਾ ਉਹਨਾਂ ਨੂੰ ਇੱਕੋ ਹੀ ਟੈਗਲਾਈਨ ਦਿੱਤੀ ਜਾਂਦੀ ਹੈ, ਅੱਤਵਾਦੀ। ਇਦਾਂ ਕਿਉਂ? ਇਹ ਤਾਂ ਜੀ ਦੇਖੋ ਸੌਖਾ ਤਰੀਕਾ ਇਹਨਾਂ ਨੂੰ ਲੱਭ ਗਿਆ ਕਿ ਜਿਹੜਾ ਵੀ ਹਨਾ ਅੱਤਵਾਦੀ ਆਖ ਕੇ ਬਦਨਾਮ ਕਰ ਦੋ, ਜੇ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ। ਪਰ ਇਹ ਕਿਸਾਨਾਂ ਨੇ ਧੋਣੇ ਧੋਤੇ ਇਸ ਚੀਜ਼ ਦੇ, ਇਹ ਮੋਰਚੇ ਨੇ ਧੋਣੇ ਧੋਤੇ। ਕਦੇ ਸਾਡੇ ਮੁੰਡਿਆਂ ਨੂੰ ਨਸ਼ੇੜੀ ਕਿਹਾ ਗਿਆ,
ਮਨੇ ਕਦੇ ਅੱਤਵਾਦੀ ਕਿਹਾ ਗਿਆ, ਪਰ ਜਿੰਨਾ ਸ਼ਾਂਤਮਈ ਸੰਘਰਸ਼ ਆ ਤੁਸੀਂ ਦੇਖੋ, ਕਿਸੇ ਨੂੰ ਉਹ ਇਹ ਵੀ ਕਿਹਾ ਹੋਵੇ ਇਸ ਮੋਰਚੇ ਦੇ ਵਿੱਚ ਆ ਕੇ, ਕਿਸੇ ਵੀ ਕਮਿਊਨਿਟੀ ਨੂੰ, ਕਿਸੇ ਸਰਕਾਰ ਦੇ ਬੰਦੇ ਨੂੰ ਕੋਈ ਭੰਨ ਤੋੜ ਹੋਈ ਹੋਵੇ ਤਾਂ ਤੁਸੀਂ ਸ਼ਾਂਤਮਈ ਲੋਕਾਂ ਨੂੰ ਬੈਠਿਆਂ ਨੂੰ ਕਹਿਣ ਨੂੰ, ਹੁਣ ਜੋ ਮਰਜ਼ੀ ਕਹੀ ਜਾਣ, ਅੱਤਵਾਦੀ ਕਹਿਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ। ਪਰ ਜਿਹੜਾ ਐਡਾ ਸੰਘਰਸ਼ ਇਹ ਦੁਨੀਆ ਦੇਖ ਰਹੀ ਆ, ਇਹ ਪਹਿਲੀ ਕਿਸਮ ਦਾ ਆਪਣੀ ਟਾਈਪ ਦਾ ਇਹ ਮੋਰਚਾ ਹੈ ਨਾ, ਜਿਹਦੇ ਵਿੱਚ ਮੋਰਚੇ ਦੇ ਲੋਕਾਂ ਨੇ ਇੰਨੀ ਭੀੜ ਇਕੱਠੀ ਹੋਈ ਹੋਵੇ, ਇੰਨਾ ਜੋਸ਼ ਹੋਵੇ ਨੌਜਵਾਨਾਂ 'ਚ, ਤੇ ਇੱਕ ਕਿਸੇ ਦਾ ਇੱਦਾਂ ਸੂਈ ਤੱਕ ਕੋਈ ਹਿਲਾਈ ਨਾ ਹੋਵੇ, ਕੋਈ ਪੱਤਾ ਨਾ ਤੋੜਿਆ ਹੋਵੇ, ਤੇ ਸਰਕਾਰਾਂ ਨੇ ਆਪ ਹੀ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕੀਤਾ ਹੋਵੇ, ਸੜਕਾਂ ਪੱਟਤੀਆਂ ਕਿ ਲੋਕ ਨਾ ਆਉਣ, ਇੱਥੋਂ ਵੱਡੇ ਵੱਡੇ ਟੋਏ ਕਰਤੇ ਹਨਾ, ਟਿੱਬੇ ਬਣਾਤੇ ਸੜਕ ਦੇ ਵਿੱਚ। ਸੋ ਇਹ ਕਿਹਨੇ ਤੋੜੀਆਂ? ਇਹ ਜਿਹੜਾ ਪੱਟੀਆਂ ਉਹ ਪ੍ਰਾਪਰਟੀ ਪੈਸਾ ਲੋਕਾਂ ਦਾ ਲੱਗਿਆ ਹੋਇਆ, ਜਿਹੜਾ ਉਹਨਾਂ ਨੇ ਸੜਕਾਂ ਤੋਂ ਪੱਟੀਆਂ ਨੇ। ਤੋਂ ਇਹ ਪਹਿਲੀ ਵਾਰੀ ਹੋਇਆ ਕਿ ਸਰਕਾਰਾਂ ਨੇ ਉਹ ਕੰਮ ਕੀਤਾ ਜਿਹੜੇ ਮੋਰਚੇ ਵਾਲੇ ਕਰਦੇ ਹੁੰਦੇ ਆ ਹਨਾ। ਪਰ ਇਹ ਮੋਰਚਾ ਦਾ ਜਿਹੜਾ ਸ਼ਾਂਤਮਈ ਆ, ਉਹ ਸ਼ਾਂਤੀ ਨੂੰ ਅੱਜ ਤੱਕ ਕੋਈ ਭੰਗ ਨਹੀਂ ਕਰ ਸਕਿਆ। ਔਰ ਨੌਜਵਾਨ ਸਾਡੇ ਬੜੇ ਵਧਾਈ ਦੇ ਪਾਤਰ ਆ, ਜਿਹੜੇ ਇੰਨੇ ਜੋਸ਼ ਦੇ ਨਾਲ ਬਿਲਕੁਲ ਸਾਡੇ ਬਜ਼ੁਰਗਾਂ ਤੋਂ ਰਹਿਨੁਮਾਈ ਲੈ ਕੇ ਔਰ ਇੰਨੇ ਵਧੀਆ ਤਰੀਕੇ ਦੇ ਨਾਲ ਇਹ ਮੋਰਚਾ ਚਲਾ ਰਹੇ ਆ। ਬਿਲਕੁਲ ਗਰੇਵਾਲ ਜੀ, ਜਦੋਂ ਗੱਲ ਕਿਸੇ ਵੀ ਸੰਘਰਸ਼ ਦੀ ਆਉਂਦੀ ਹੈ ਤਾਂ ਉੱਥੇ ਇੱਕ ਦਿਨ 'ਚ ਇੰਨੀ ਜ਼ਿਆਦਾ ਉਤਲ-ਫੁਤਲ ਹੋ ਜਾਂਦੀ ਹੈ, ਇੰਨੀ ਜ਼ਿਆਦਾ ਜਿਹੜਾ ਨੁਕਸਾਨ ਹੁੰਦਾ ਹੈ ਸਰਕਾਰੀ ਚੀਜ਼ਾਂ ਦਾ, ਸਰਕਾਰੀ ਪ੍ਰਾਪਰਟੀਆਂ ਦਾ। ਲੇਕਿਨ ਕਿਸਾਨ ਇੱਕ ਐਡੇ ਸੁਲਝੇ ਹੋਏ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਨੇ, ਅਨਪੜ੍ਹ ਨੇ, ਇਹਨਾਂ ਨੂੰ ਕੀ ਪਤਾ। 3-3 ਪੇਜਾਂ ਦੇ ਉਹਨਾਂ ਨੇ ਆਪਣੀਆਂ ਲਿਸਟਾਂ ਜਿਹੜੀਆਂ ਅਨਾਉਂਸ ਕਰ ਦਿੱਤੀਆਂ ਕਿ ਕਿਸਾਨਾਂ ਦੇ ਸਾਰਾ ਕੁਝ ਅਸੀਂ ਖੋਲ੍ਹਣਾ। ਲੇਕਿਨ ਫਿਰ ਵੀ ਦੇਖ ਲਓ ਕਿ ਕਿੱਡਾ ਵੱਡਾ ਹੌਸਲਾ ਜਿਗਰਾ ਹੈ ਕਿ ਉਹ ਇੰਨੇ ਸ਼ਾਂਤ ਤਰੀਕੇ ਦੇ ਨਾਲ ਬੈਠੇ ਹੋਏ ਨੇ, ਕਿਸੇ ਚੀਜ਼ ਦਾ ਕੋਈ ਨੁਕਸਾਨ ਨਹੀਂ ਕੀਤਾ। ਤੁਸੀਂ ਪਹਿਲੇ ਵੀ ਦੱਸ ਚੁੱਕੇ ਹੋ, ਤੇ ਫਿਰ ਵੀ ਸਰਕਾਰਾਂ ਜਿਹੜੀਆਂ ਸਮਝ ਨਹੀਂ ਪਾ ਰਹੀਆਂ। ਦੇਖੋ, ਇਹ ਜਦੋਂ ਟਰੈਕਟਰਾਂ ਟਰਾਲੀਆਂ ਵਾਲਾ ਇਹ ਪਹਿਲਾ ਕਾਫਲਾ, ਪਹਿਲੀ ਵਾਰੀ ਇੰਨੀਆਂ ਟਰੈਕਟਰ ਟਰਾਲੀਆਂ ਲੋਕਾਂ ਨੇ ਆਪਣੇ ਰਾਤਾਂ ਕੱਟਣ ਲਈ, ਰਹਿਣ ਬਸੇਰੇ ਲਈ ਬਿਤਾਈਆਂ, ਜਿਨ੍ਹਾਂ 'ਚ ਸਾਡੀਆਂ ਮਾਵਾਂ, ਸਾਡੇ ਬੱਚੇ, ਸਾਡੇ ਬਜ਼ੁਰਗ ਸੌਂ ਰਹੇ ਆ। ਸੋ ਇਹ ਦੁਨੀਆ ਇਹਨੂੰ ਦੇਖ ਰਹੀ ਆ। ਔਰ ਇਹ ਸੰਘਰਸ਼ ਜਿਹੜਾ ਹੁਣ ਇਹ ਮਤਲਬ ਹਰ ਮੀਡੀਆ ਦੀ ਨਜ਼ਰ 'ਚ ਜਾ ਚੁੱਕਿਆ। ਦਿਨੋਂ ਦਿਨ ਪ੍ਰੈਸ਼ਰ ਵੱਧ ਰਿਹਾ ਸਰਕਾਰ ਦੇ ਉੱਤੇ। ਹੋਰਾਂ ਜਿਹੜੇ ਕੰਟਰੀਜ਼ ਹੈਗੇ ਆ, ਉੱਥੋਂ ਦੇ ਜਿਹੜੇ ਰਾਸ਼ਟਰਪਤੀ ਹੈਗੇ ਆ, ਪ੍ਰਧਾਨ ਮੰਤਰੀ ਹੈਗੇ ਆ, ਉਹ ਈਮੇਲਸ ਭੇਜ ਰਹੇ ਆ, ਲੈਟਰਸ ਭੇਜ ਰਹੇ ਆ, ਕਿਸਾਨਾਂ ਨੂੰ ਆਪਣੀ ਸਪੋਰਟ ਦੇ ਰਹੇ ਆ, ਗਵਰਨਮੈਂਟ ਨੂੰ ਕਹਿ ਰਹੇ ਆ ਇਹਨਾਂ ਦਾ ਮਸਲਾ ਛੇਤੀ ਹੱਲ ਕਰੋ, ਕਿਉਂਕਿ ਇਹ ਕਿਰਤ ਕਰਨ ਵਾਲੇ ਲੋਕ ਨੇ, ਇਹਨਾਂ ਦੇ ਨਾਲ ਹਰ ਕੋਈ ਜੁੜਿਆ ਹੋਇਆ। ਤਾਂ ਹੀ ਇੱਥੇ ਕੋਈ ਹਫੜਾ ਦਫੜੀ ਹਨਾ ਉਸ ਟਾਈਪ ਦੀ ਹੈ ਹੀ ਨਹੀਂ, ਕਿਉਂਕਿ ਜਿਹੜਾ ਬੰਦਾ ਖੇਤਾਂ ਦੇ ਵਿੱਚ ਹਲ ਚਲਾਉਂਦਾ, ਜਿਹੜਾ ਕਈ ਵਾਈ ਕਰਨ ਵਾਲਾ, ਦਾਤੀਆਂ ਨਾਲ ਪੱਠੇ ਵੱਢਣ ਵਾਲਾ ਹਨਾ, ਉਹਦੇ ਵਿੱਚ ਇੱਕ ਬਹੁਤ ਸ਼ਾਂਤੀ ਔਰ ਬੜਾ ਸਬਰ ਹੁੰਦਾ। ਪਰ ਮੈਂ ਫੇਰ ਵੀ ਇਹੀ ਕਹੂੰਗਾ ਕਿ ਸਬਰ ਪਰਖਿਆ ਨਾ ਜਾਵੇ ਕਿਸਾਨਾਂ ਦਾ ਹਨਾ, ਕਿਉਂਕਿ ਅਸੀਂ ਹਲੇ ਇੱਥੇ ਗੁਰੂ ਨਾਨਕ ਦਾ ਹੱਥ ਆ, ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਸਬਰ ਸਾਨੂੰ ਮਿਲਿਆ ਹੋਇਆ। ਇਹ ਬੜੇ ਸਬਰ ਦੇ ਨਾਲ ਬੈਠੇ ਆ। ਪਰ ਜੇ ਨਿਹੋਰੇ ਮਾਰੀ ਜਾਣਗੇ, ਕੁਛ ਨਾ ਕੁਛ ਕਰੀ ਜਾਣਗੇ, ਤਾਂ ਫਿਰ ਜਿੱਦਣ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਇਹਨਾਂ ਨੂੰ ਮਿਲ ਗਿਆ, ਜਿਹੜੇ ਇਹ ਬੂਰੀਅਰ ਟੱਪ ਕੇ ਇਹਨਾਂ ਦੇ ਸ਼ੰਭੂ ਵਾਲੇ ਇੱਥੇ ਪਹੁੰਚੇ ਆ, ਤੇ ਇੱਥੋਂ ਪਾਰਲੀਮੈਂਟ ਪਹੁੰਚਣ ਨੂੰ ਵੀ ਇਹਨਾਂ ਨੂੰ ਟਾਈਮ ਨਹੀਂ ਲੱਗਣਾ ਬਾਲਾ। ਦੂਸਰੀ ਗੱਲ ਇਹ ਵੀ ਹੋ ਸਕਦੀ ਕਿ ਸਰਕਾਰਾਂ ਦੇ ਕੰਨਾਂ ਤੇ ਜੂੰ ਤਾਂ ਨਹੀਂ ਰੇਂਗ ਰਹੇ ਕਿ ਉਹ ਸੋਚਦੇ ਕਿ ਠੀਕ ਆ, ਆਪਣੇ ਟਰਾਲੀਆਂ 'ਚ ਆਪਣੇ ਬੋਰੇ ਬਿਸਤਰੇ ਲੱਦ ਕੇ ਆਏ ਹੋਏ, ਖਾਣ ਪੀਣ ਦੇ ਸਮਾਨ ਦੀ ਇਹਨਾਂ ਨੂੰ ਦਿੱਕਤ ਨਹੀਂ, ਬੈਠੇ ਹੋਏ ਆ ਥਾਂ ਇਹਨਾਂ ਨੇ ਜਿਹੜੀ ਹੈ ਆਪਣੇ ਟੈਂਟ ਲਾ ਲਏ, ਤੇ ਮਤਲਬ ਸਰਕਾਰਾਂ ਨੂੰ ਲੱਗਦਾ ਕਿ ਸਾਡਾ ਤਾਂ ਕੋਈ ਨੁਕਸਾਨ ਵੀ ਨਹੀਂ ਹੋ ਰਿਹਾ, ਆਪਣੇ ਆਪ ਚੁੱਪਚਾਪ ਬੈਠੇ ਆ, ਖਾ ਵੀ ਆਪਣਾ ਰਹੇ ਨੇ ਔਰ ਆਪਣੇ ਹੱਕ ਦੇ ਲਈ ਭਾਵੇਂ ਇੱਥੇ ਆਏ ਹੋਏ ਨੇ। ਨਹੀਂ ਦੇਖੋ, ਕਿਸਾਨ ਤਾਂ ਜਿਹੜੀ ਥੂ ਹੋ ਰਹੀ ਆ ਉਹਦੇ ਤੋਂ ਵੱਡਾ ਤਾਂ ਕੋਈ ਨੁਕਸਾਨ ਹੀ ਨਹੀਂ ਹੁੰਦਾ। ਕੋਈ ਜਿਹੜੀ ਗਵਰਨਮੈਂਟ ਪ੍ਰਾਪਰਟੀ ਤੋੜ ਕੇ ਜਾਂ ਆਮ ਲੋਕਾਂ ਨੂੰ ਤੰਗ ਕਰਕੇ, ਉਹਦੇ ਨਾਲ ਤਾਂ ਹੈ ਨਹੀਂ ਕਿ ਗਵਰਨਮੈਂਟ ਦਾ ਨੁਕਸਾਨ ਹੋਏਗਾ। ਗਵਰਨਮੈਂਟ ਦਾ ਬਹੁਤ ਨੁਕਸਾਨ ਹੋ ਰਿਹਾ। ਗਵਰਨਮੈਂਟ ਦਾ ਜਿਹੜਾ ਇੱਕ ਮਤਲਬ ਵਧੀਆ ਵਾਲਾ ਚਿਹਰਾ ਸੀ ਨਾ, ਕਿ ਇਹਦੇ 'ਚ ਤਾਂ ਜੀ ਕੋਈ ਨੈਗੇਟਿਵ ਗੱਲ ਹੀ ਨਹੀਂ ਹੈ, ਕਿਉਂਕਿ ਮੀਡੀਆ ਖਰੀਦ ਲਿਆ ਸਾਰਾ, ਉਹ ਸਾਰਾ ਦਿਨ ਤਾਰੀਫਾਂ ਗੁਣ ਗਾਈ ਜਾਂਦਾ ਇਹਨਾਂ ਦੇ। ਤੋਂ ਇਹ ਲੱਗਦਾ ਹੁੰਦਾ ਸੀ ਕਿ ਇਹਨਾਂ ਦੇ ਤਾਂ ਕੋਈ ਬੰਦਾ ਖਿਲਾਫ ਹੈ ਹੀ ਨਹੀਂ, ਇਹ ਤਾਂ ਸਾਰੇ ਭਗਤ ਬਣ ਚੁੱਕੇ ਆ ਇਸ ਗਵਰਨਮੈਂਟ ਦੇ। ਸੋ ਇਸ ਮੋਰਚੇ ਨੇ ਉਹ ਇਹਨਾਂ ਦਾ ਜਿਹੜਾ ਮਖੌਟਾ ਸੀਗਾ ਉਹ ਲਾਇਆ ਕਿ ਲੋਕ ਦੁਖੀ ਨੇ। ਇਹ ਉੱਤੋਂ ਮੀਡੀਆ ਨੂੰ ਖਰੀਦ ਕੇ ਇਹ ਦਿਖਾ ਰਹੇ ਆ ਕਿ ਜੀ ਇਹ ਤਾਂ ਹਲੇ ਵੀ, ਇਹ ਤਾਂ ਚਲੋ ਇਹਨਾਂ ਦੀ ਆਦਤ ਹੀ ਆ ਇਸ ਗਵਰਨਮੈਂਟ ਦੀ, ਕਦੇ ਕਿਸਾਨ ਖਰੀਦ ਕੇ ਬਿਠਾ ਲੈਂਦੇ ਆ ਮੂਹਰੇ ਕਿ ਅਸਲੀ ਕਿਸਾਨ ਆਹ ਨੇ ਜੀ, ਇਹ ਸਾਨੂੰ ਸਮਰਥਨ ਦੇ ਰਹੇ ਆ। ਸੋ ਇਹ ਖਰੀਦੋ ਫਰੋਖਤ ਇਹਨਾਂ ਦੇ ਕਲਚਰ ਦੇ ਵਿੱਚ ਆ। ਸੋ ਪਰ ਇਹ ਜੀ ਗੱਲ ਕੋਈ ਨਹੀਂ ਕਿ ਨੁਕਸਾਨ ਨਹੀਂ ਹੋ ਰਿਹਾ, ਇਹਨਾਂ ਨੂੰ ਲੋਕ ਵੜਨ ਨਹੀਂ ਦੇ ਰਹੇ। ਹੁਣ ਉੱਥੇ ਪੰਜਾਬ ਦੇ ਵਿੱਚ ਤਾਂ ਕੋਈ ਇਹਨਾਂ ਦਾ ਕੋਈ ਸਮਾਗਮ ਨਹੀਂ ਹੋ ਰਿਹਾ, ਤੇ ਲੀਡਰ ਲੋਕਾਂ 'ਚ ਹੀ ਨਹੀਂ ਜਾ ਸਕਣਗੇ, ਇਹ ਤਾਂ ਪਾਰਟੀ ਖਤਮ ਹੋ ਜੂਗੀ। ਲੀਡਰ ਲੋਕਾਂ ਦੇ ਨਾਲ ਹੀ ਆ, ਪਾਰਟੀ ਲੋਕਾਂ ਦੇ ਨਾਲ ਹੀ ਆ, ਤਾਂ ਐਡੂ ਵੱਡਾ ਨੁਕਸਾਨ ਕੀ ਹੋਊਗਾ ਕਿ ਇਹ ਖੁੱਲ੍ਹ ਕੇ ਲੋਕਾਂ ਦੇ ਵਿੱਚ ਨਹੀਂ ਜਾ ਸਕਦੇ। ਅੱਜ ਦੀ ਡੇਟ 'ਚ ਘਰੇ ਬੈਠੇ ਹੀ ਬਿਆਨ ਦਿੰਦੇ ਆ ਜਿਹੜੇ ਦਿੰਦੇ ਆ। ਸੋ ਇਹ ਤਾਂ ਮੈਂ ਤਾਂ ਸਮਝਦਾ ਇਹ ਤਾਂ ਰਾਜਨੀਤਿਕ ਮੌਤ ਹੋ ਗਈ ਪਾਰਟੀ ਦੀ।
ਬਿਲਕੁਲ ਉੱਥੇ ਮੈਂ ਤੁਹਾਡੀ ਗੱਲ 'ਚੋਂ ਮੈਨੂੰ ਗੱਲ ਯਾਦ ਆ ਕਿ ਬਹੁਤ ਸਾਰੇ ਮੇਰੇ ਦੇਖਣ 'ਚ ਵੀ ਇਦਾਂ ਦੇ ਕੇਸਿਸ ਹੋਏ ਨੇ ਕਿ ਜਿਨ੍ਹਾਂ ਨੇ ਆਪਣੇ ਘਰਾਂ ਦੇ ਬਾਹਰ ਫਲੈਕਸ ਲਾਈਆਂ ਹੋਈਆਂ ਸੀ, ਇੱਕ ਨੰਬਰ ਪਲੇਟਸ ਔਰ ਗੱਡੀਆਂ ਤੇ ਵੀ ਵੀਆਈਪੀ ਬੀਜੇਪੀ ਦਾ ਲਿਖਵਾਇਆ ਹੋਇਆ ਸੀ ਨੇ ਆਪਣਾ ਟੈਗ ਲਾਈਨ ਦੇ ਕੇ। ਉਹਨਾਂ ਨੇ ਵੀ ਇਸ ਡਰ ਤੋਂ ਕਿ ਕਿਸਾਨ ਸੰਘਰਸ਼ ਜਿਹੜਾ ਇਹ ਏਕਤਾ ਇਕੱਠੀ ਹੋ ਗਈ ਹੈ, ਯੂਨਿਟੀ ਹੋ ਗਈ ਹੈ, ਉਹਨਾਂ ਨੇ ਡਰ ਤੋਂ ਜਿਹੜੇ ਟੈਗ ਸੀਗੇ ਆਪਣੇ ਇੱਕ ਉਹਨਾਂ ਨੂੰ ਪਾਵਰ ਮਿਲੀ ਹੋਈ ਸੀ ਉਹ ਵੀ ਉਹਨਾਂ ਨੇ ਲਵਾ ਦਿੱਤੀ ਹੈ। ਮੈਂ ਉਹੀ ਗੱਲ ਕਰਦਾ, ਇਹ ਰਾਜਨੀਤਿਕ ਮੌਤ, ਪੋਲੀਟੀਕਲੀ ਮੌਤ ਆ ਪਾਰਟੀ ਦੀ। ਜੇ ਉਹਨਾਂ ਦੇ ਲੀਡਰ ਲੋਕਾਂ 'ਚ ਨਹੀਂ ਜਾ ਸਕਦੇ, ਉਹ ਡਰਦੇ ਆ ਕਿ ਅਸੀਂ ਬਾਹਰ ਨਿਕਲਾਂਗੇ, ਬਿਆਨ ਤਾਂ ਘਰੇ ਬੈਠੇ ਦੇ ਦਿੰਦੇ ਆ। ਪਰ ਜਿਵੇਂ ਅਸੀਂ ਘੁੰਮ ਰਹੇ ਹਾਂ ਹੁਣ ਇੱਥੇ, ਜੇ ਇੰਨੇ ਹੀ ਕਾਨੂੰਨ ਚੰਗੇ ਨੇ ਇਹਨਾਂ ਦੇ, ਜੇ ਕਹਿੰਦੇ ਆ ਅਸੀਂ ਸਮਝਾ ਸਕਦੇ ਆ ਲੋਕਾਂ ਨੂੰ, ਸਮਝਾਇਆ ਨਹੀਂ ਗਿਆ ਤਾਂ ਸਟੇਜ ਚੱਲਦੀ ਆ। ਸਾਡੇ ਜਥੇਬੰਦੀਆਂ ਦੇ ਮੈਂਬਰਾਂ ਨੇ ਕਿੰਨੀ ਵਾਰੀ ਕਿਹਾ ਕਿ ਅਸੀਂ ਟਾਈਮ ਦਿੰਦੇ ਆ ਕੇ ਸਮਝਾ ਲਓ, ਹੈ ਨਾ। ਤੂੰ ਆਉਣ ਤਾਂ ਸਹੀ ਇੱਥੇ, ਪਰ ਉਹ ਇੱਥੇ ਵੜ ਕੇ ਲੋਕਾਂ 'ਚ ਵੜ ਹੀ ਨਹੀਂ ਸਕਦੇ। ਇਹਨਾਂ ਨੂੰ ਆਪ ਨੂੰ ਪਤਾ ਕਿ ਲੋਕਾਂ 'ਚ ਰੋਸ ਆ। ਉੱਥੇ ਜਿਹੜੇ ਹੋਰ ਆਪਣੇ ਇਹਨਾਂ ਦੇ ਪਬਲਿਕਲੀ ਸਮਾਗਮ ਹੈਗੇ ਆ ਉਹ ਤਾਂ ਹੋ ਨਹੀਂ ਰਹੇ, ਤਾਂ ਇੱਥੇ ਤਾਂ ਆਉਣਾ ਹੀ ਬਹੁਤ ਦੂਰ ਦੀ ਗੱਲ ਆ। ਸੋ ਇਹ ਤਾਂ ਜਿੰਨੀ ਦੇਰ ਇਹ ਕੋਈ ਇਹਦਾ ਹੱਲ ਨਹੀਂ ਕਰਨਗੇ ਉਨੀ ਦੇਰ ਤਾਂ ਫਿਰ ਅੱਗੇ ਇਦਾਂ ਚੱਲ ਹੀ ਨਹੀਂ ਪਾਉਣਾ। ਵਾਕਿਆ ਇੱਕ ਇਤਿਹਾਸ ਰਚਿਆ ਹੋਇਆ ਔਰ ਨਾਲ ਦੀ ਨਾਲ ਵੱਡਾ ਸੇਰਾ ਔਰ ਵੱਡਾ ਧੰਨਵਾਦ ਉਹ ਜਥੇਬੰਦੀਆਂ ਨੂੰ, ਕਿਸਾਨ ਦੀਆਂ ਜਿਹੜੇ 31 ਜਥੇਬੰਦੀਆਂ ਬਣੀਆਂ ਨੇ, ਜਿਹੜੇ ਹੈੱਡ ਨੇ, ਜਿਹੜੇ ਇਹਨਾਂ ਨੂੰ ਚਲਾ ਰਹੇ ਨੇ। ਕਿਉਂਕਿ ਘਰ ਪਰਿਵਾਰ ਦੇ ਵਿੱਚ 4-5 ਜਣਿਆਂ ਨੂੰ ਹੈਂਡਲ ਕਰਨਾ ਬੜਾ ਔਖਾ ਹੁੰਦਾ ਹੈ। ਘਰ ਦੇ ਵਿੱਚ ਛੋਟਾ ਜਿਹਾ ਫੰਕਸ਼ਨ ਵੀ ਰੱਖਿਆ ਹੋਵੇ ਉਹ ਵੀ ਬੜਾ ਔਖਾ ਹੁੰਦਾ, ਕਿਉਂਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਸਾਰਿਆਂ ਦੀ ਆਪਣੀ ਆਪਣੀ ਸੋਚ ਹੈ। ਸੋ ਸਲਾਮ ਹੈ ਉਹਨਾਂ ਨੂੰ ਜਿਹੜੇ ਮੰਚ ਨੂੰ ਸਾਂਭ ਰਹੇ ਨੇ, ਸਾਰਾ ਕੁਝ ਦੇਖ ਰਹੇ ਨੇ, ਲਾਗੇ ਬੰਨੇ ਕੀ ਹੋ ਰਿਹਾ, ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਕੰਟਰੋਲ 'ਚ ਰੱਖ ਰਹੇ ਨੇ। ਔਰ ਦੂਜੀ ਗੱਲ ਕਿ ਨੌਜਵਾਨ ਜਿਹੜਾ ਯੂਥ ਹੈ, ਜਿਹੜਾ ਕਿਸੇ ਦੇ ਸਮਝਾਏ ਕਈ ਵਾਰ ਨਹੀਂ ਵੀ ਸਮਝਦਾ, ਉਹ ਵੀ ਸਮਝ ਚੁੱਕਾ ਕਿ ਨਹੀਂ, ਸਾਡੇ ਬਜ਼ੁਰਗ ਜਿਹੜੇ ਨੇ ਇੱਥੇ ਡਟ ਕੇ ਖੜੇ ਨੇ ਤੇ ਅਸੀਂ ਉਹਨਾਂ ਦੀ ਗੱਲ ਜ਼ਰੂਰ ਮੰਨਣੀ ਹੈ। ਨਹੀਂ, ਇਹ ਮੋਰਚੇ ਦੀ ਇਹ ਖੂਬਸੂਰਤੀ ਆ। ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਜਿੱਥੇ ਨੌਜਵਾਨਾਂ 'ਚ ਇੰਨਾ ਜੋਸ਼ ਆ, ਉਹ ਨਾਲ ਦੇ ਨਾਲ ਹੋਸ਼ ਤੋਂ ਕੰਮ ਲੈ ਰਹੇ ਆ। ਔਰ ਜਿਹੜੇ ਜਥੇਬੰਦੀਆਂ ਦੇ ਸਾਰੇ ਲੀਡਰ ਨੇ ਬੜੇ ਐਕਸਪੀਰੀਅੰਸਡ ਨੇ, ਉਹਨਾਂ ਨੇ ਬੜੇ ਆਪਣੇ ਲਾਈਫ ਦੇ ਵਿੱਚ ਸੰਘਰਸ਼ ਕਰੇ ਹੋਏ ਆ, ਉਹਨਾਂ ਨੂੰ ਪਤਾ ਹੈ ਨਾ ਕਿਵੇਂ ਚਲਾਇਆ ਜਾਂਦਾ। ਔਰ ਇਹ ਮੇਰਾ ਖਿਆਲ ਕੱਲੀ ਸਟੇਜ ਆ ਦੁਨੀਆ ਦੀ ਇਹੋ ਜੀ ਜਿੱਥੇ ਹਰ ਕਿਸੇ ਨੂੰ ਬੋਲਣ ਦਾ ਮੌਕਾ ਦਿੱਤਾ ਜਾ ਰਿਹਾ, ਹੈ ਨਾ। ਜੋ ਬੰਦਾ ਮਤਲਬ ਹਰ ਗਰੀਬ ਗੁਰਬਾ, ਕੋਈ ਇੱਥੇ ਊਚ ਨੀਚ ਦੀ ਗੱਲ ਹੀ ਨਹੀਂ। ਔਰ ਜਿਹੜੇ ਬੰਦੇ ਧਨੰਤਰ ਕਹਾਉਂਦੇ ਆ, ਜਿਨ੍ਹਾਂ ਨੂੰ ਵੱਡੀਆਂ ਸਟੇਜਾਂ ਤੇ ਬੋਲਣ ਦੀ ਆਦਤ ਹੁੰਦੀ ਆ, ਉਹ ਇੱਥੇ ਕਿਹਾ ਹੋਇਆ ਕਿ ਤੁਸੀਂ ਮੂਹਰੇ ਆ ਕੇ ਬੈਠ ਸਕਦੇ ਹੋ, ਸਟੇਜ ਤੇ ਬੋਲ ਨਹੀਂ ਸਕਦੇ। ਸੋ ਐਡੋਂ ਵੱਡੀ ਇਹ ਸਟੇਜ ਦੀ ਮਹਾਨਤਾ, ਹੈ ਨਾ। ਇੱਥੇ ਹਰ ਕੋਈ ਬੋਲ ਰਿਹਾ, ਲੋਕ ਆਪ ਮੁਹਾਰੇ ਬੈਠੇ ਆ, ਇੰਨੀ ਸ਼ਾਂਤਮਈ ਤਰੀਕੇ ਦੇ ਨਾਲ ਜੋਸ਼ ਹੈਗਾ ਲੋਕਾਂ 'ਚ, ਹੈ ਨਾ। ਇੱਕ ਰੋਸ ਵੀ ਆ ਕਿ ਇਹ ਕਿਉਂ ਨਹੀਂ ਸਾਡੀ ਗੱਲ ਸੁਣੀ ਜਾ ਰਹੀ। ਸੋ ਕਿਤੇ ਨਾ ਕਿਤੇ ਇਹ ਸੰਘਰਸ਼ ਆ ਜਿਹੜਾ, ਪਰ ਇਹ ਜਿਹੜਾ ਸ਼ਾਂਤਮਈ ਆ, ਇਹਦੀ ਇੱਕ ਖੂਬਸੂਰਤੀ ਆ। ਔਰ ਸਰਕਾਰਾਂ ਉਲਟਾ ਕੰਮ ਕਰ ਰਹੀਆਂ ਨੇ, ਕਿਉਂਕਿ ਨਹੀਂ ਤਾਂ ਜਦੋਂ ਸ਼ਾਂਤਮਈ ਸੰਘਰਸ਼ ਚੱਲ ਰਿਹਾ ਹੁੰਦਾ, ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਉੱਥੇ ਕੋਈ ਉੱਚੀ ਨੀਵੀਂ ਗੱਲ ਨਾ ਹੋਵੇ, ਉਹਨਾਂ ਲੋਕਾਂ ਦੀ ਜਿਹੜੀ ਸੇਫਟੀ ਆ ਉਹ ਸਰਕਾਰ ਦੀ ਜ਼ਿੰਮੇਵਾਰੀ ਆ। ਇੱਥੇ ਪੁੱਠਾ ਕੰਮ ਹੋ ਰਿਹਾ ਕਿ ਸਰਕਾਰਾਂ ਤਾਂ ਚਾਹ ਰਹੀਆਂ ਨੇ ਕਿ ਇੱਥੇ ਕੋਈ ਨਾ ਕੋਈ ਹਿੰਸਾ ਹੋਵੇ, ਆਪਸ ਲੜ ਪੈਣ। ਸ਼ਾਇਦ ਇਸੇ ਕਰਕੇ ਹੀ ਸੰਘਰਸ਼ ਨੂੰ ਅਸੀਂ ਕਹੀਏ ਜੀ ਇਹ ਤਾਂ ਹਿੰਸਕ ਨੇ, ਇਹਨੂੰ ਖਤਮ ਕਰ ਦਈਏ। ਤੇ ਸਾਡੇ ਮੁੰਡੇ ਇੱਥੇ ਜਿਹੜੇ ਪਹਿਰੇ ਦੇ ਕੇ ਰਾਤ ਨੂੰ ਵੀ ਇਹ ਧਿਆਨ ਰੱਖਦੇ ਆ ਕਿ ਕੋਈ ਗਲਤ ਅਨਸਰ ਇੱਥੇ ਐਂਟਰ ਨਾ ਹੋ ਜਾਵੇ। ਉਹ ਆਵਾਜਾਈ ਦਾ ਧਿਆਨ ਰੱਖ ਰਹੇ ਆ ਕਿ ਜਾਮ ਨਾ ਲੱਗੇ, ਦਿੱਲੀ ਦੇ ਲੋਕਾਂ ਨੂੰ ਤਕਲੀਫ ਨਾ ਹੋਵੇ, ਔਰ ਸਾਫ਼ ਸਫਾਈ ਆਪ ਕਰ ਰਹੇ ਆ। ਸੋ ਇਦੋਂ ਵਧੀਆ ਹੋਰ ਤੁਸੀਂ ਦੱਸੋ ਕਿਹੜਾ ਤੁਸੀਂ ਮੋਰਚਾ ਪਹਿਲਾਂ ਦੇਖਿਆ, ਜਾਂ ਆਉਣ ਵਾਲੇ ਟਾਈਮ 'ਚ ਮੈਨੂੰ ਪਤਾ ਨਹੀਂ ਕਦੋਂ ਦੁਬਾਰੇ ਕਦੇ ਇਹੋ ਜਿਹੀ ਕੋਈ ਗੱਲ ਹੋਊ। ਇਹੀ ਕਾਰਨ ਹੋ ਸਕਦਾ ਕਿ ਜਿਹੜੇ ਅਬਰੋਡ ਦੇ ਵਿੱਚ ਵੀ ਸਾਡੇ ਪਰਿਵਾਰ ਰਹਿੰਦੇ ਨੇ, ਭਰਾ ਰਹਿੰਦੇ ਨੇ, ਜਿੰਨੀਆਂ ਵੀ ਫੈਮਲੀਜ਼ ਨੇ, ਭਾਵੇਂ ਗਾਇਕ ਵੀ ਉੱਥੇ ਰਹਿੰਦੇ ਨੇ, ਉਹ ਵੀ ਸਾਰੇ ਕਹਿੰਦੇ ਨੇ ਕਿ ਅਸੀਂ ਜਦੋਂ ਵੀ ਸਾਨੂੰ ਉਹਨਾਂ ਨੂੰ ਮੌਕਾ ਮਿਲਦਾ ਹੈ ਜਾਂ ਜਿਹਨਾਂ ਨੂੰ ਨਹੀਂ ਵੀ ਮੌਕਾ ਮਿਲਿਆ, ਉਹ ਇੱਥੇ ਆਉਣ ਲਈ ਤਿਆਰ ਬਰ ਤਿਆਰ ਨੇ। ਦੇਖੋ, ਇਹ ਤਾਂ ਉਹੀ ਜਿਹੜੀ ਗੱਲ ਆ ਨਾ ਕਿ ਹਰ ਕਿਸੇ ਦੇ ਮਨ 'ਚ ਅੱਜ ਦੀ ਡੇਟ 'ਚ ਇਹ ਸੰਘਰਸ਼ ਦੀ ਗੱਲ ਚੱਲ ਰਹੀ ਆ। ਔਰ ਹਰ ਕੋਈ ਚਾਹੁੰਦਾ ਕਿ ਇਹ ਬਿੱਲ ਰੱਦ ਹੋਣ ਔਰ ਕਿਸਾਨਾਂ ਦੀ ਜਿੱਤ ਹੋਵੇ। ਔਰ ਇਹ ਜਿੱਤ ਸਾਡੇ ਵਜੂਦ ਦੀ ਜਿੱਤ ਆ, ਹੈ ਨਾ। ਇਹ ਪੰਜਾਬ ਦੇ ਇੱਕ ਜੋ ਤੁਸੀਂ ਕਹਿੰਦੇ ਹੋ ਕੌਨਫੀਡੈਂਸ ਦੀ ਜਿੱਤ ਆ। ਅਗਰ ਇਹ ਮੋਰਚਾ ਕਿਤੇ ਇਹਨਾਂ ਦੀਆਂ ਗਲਤੀਆਂ ਕਰਕੇ ਜਾਂ ਇਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਖੰਡਾਉਣ ਦੀ, ਤਾਂ ਬਹੁਤ ਵੱਡਾ ਨੁਕਸਾਨ ਹੋਏਗਾ, ਕਿਉਂਕਿ ਲੋਕ ਆਪਣੇ ਦਿਲੋਂ ਬਣ ਕੇ ਬੈਠੇ ਹੋਏ ਆ, ਮੰਨ ਕੇ ਬੈਠੇ ਆ ਇਹਨੂੰ। ਮਤਲਬ ਉਹਨਾਂ ਨੇ ਆਪਣੀ ਇਹ ਬਣਾਇਆ ਹੋਇਆ ਕਿ ਇਹ ਸਾਡੇ ਹੱਕ ਦੀ ਲੜਾਈ ਆ, ਸਾਡੇ ਵਜੂਦ ਦੀ ਲੜਾਈ ਆ। ਜੇ ਅਸੀਂ ਇਹ ਹਾਰ ਗਏ ਤਾਂ ਅਸੀਂ ਖਤਮ ਹੋ ਜਾਾਂਗੇ, ਇਹਦੇ 'ਚ ਕਿਸਾਨੀ ਦੀ ਮੌਤ ਆ। ਸੋ ਪਰ ਮੈਨੂੰ ਨਹੀਂ ਲੱਗਦਾ ਕਿ ਜਦੋਂ ਇੰਨਾ ਪਰਮਾਤਮਾ ਇੱਥੇ ਇਹਨਾਂ ਦੇ ਨਾਲ ਆ, ਔਰ ਬਹੁਤ ਵਧੀਆ ਤਰੀਕੇ ਦੇ ਨਾਲ ਲੰਗਰ ਚੱਲ ਰਹੇ ਆ, ਘਾਟ ਕਿਸੇ ਚੀਜ਼ ਦੀ ਕੋਈ ਨਹੀਂ। ਔਰ ਜਦੋਂ ਮੈਂ ਤਾਂ ਉਹ ਗੋਦੀ ਮੀਡੀਆ ਵੀ ਪਿੱਛੇ ਜੇ ਰੌਲਾ ਉਹਨਾਂ ਨੇ ਖਾਸਾ ਪਾਇਆ ਜੀ ਇੱਥੇ ਫੰਡ ਕਿੱਥੋਂ ਆ ਰਿਹਾ, ਇੱਥੇ ਲੰਗਰ ਚੱਲ ਰਿਹਾ। ਸੋ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਵੀ ਇਹ ਭੁੱਖੇ ਨੰਗੇ ਲੋਕਾਂ ਦਾ
ਮੋਰਚਾ ਨਹੀਂ ਹੈਗਾ, ਇਹ ਰੱਜੇ ਹੋਏ ਲੋਕਾਂ ਦਾ ਮੋਰਚਾ ਔਰ ਇਹ ਕਿਸਾਨਾਂ ਦਾ ਮੋਰਚਾ ਜਿਹੜਾ ਦੁਨੀਆ ਨੂੰ ਰਜਾਉਂਦਾ। ਇੱਥੇ ਲੰਗਰਾਂ ਦੀ, ਰਹਿਣ ਸਹਿਣ ਦੀ ਕਦੇ ਕੋਈ ਕਮੀ ਆ ਹੀ ਨਹੀਂ ਸਕਦੀ ਹੈ ਨਾ। ਇੱਥੇ ਪ੍ਰਮਾਤਮਾ ਦਾ ਹੱਥ ਆ ਇਹਨਾਂ ਦੇ ਉੱਤੇ ਔਰ ਕਿਰਤੀਆਂ ਦਾ, ਔਰ ਸਭ ਤੋਂ ਵੱਡੇ ਕਿਸਾਨ ਸਾਡੇ ਬਾਬਾ ਨਾਨਕ ਜਿਨ੍ਹਾਂ ਨੇ ਆਪ ਹਲ ਵਾਹਿਆ, ਸੋ ਉਹਨਾਂ ਦੇ ਇਹ ਅੱਗੇ ਪੈਰੋਕਾਰ ਨੇ। ਸੋ ਇੱਥੇ ਕਮੀ ਕਿਸੇ ਦੀ ਦੀ ਕਿਵੇਂ ਆ ਜੂਗੀ ਕਦੇ। ਔਰ ਆਖਰ ਦੇ ਵਿੱਚ ਕਿਸਾਨੀ ਸੰਘਰਸ਼ ਤੇ 2 ਲਾਈਨਾਂ ਤਾਂ ਬਣਦੀਆਂ ਨੇ ਜੀ। ਮੈਂ ਗਾਣੇ ਕਈ ਗਾਏ ਆ ਪਿੱਛੇ ਜੇ, ਹੁਣ ਹਰ ਰੋਜ਼ ਹੀ ਕੋਈ ਨਾ ਕੋਈ ਨਵਾਂ ਗਾਣਾ ਆ ਜਾਂਦਾ। ਤੋ ਜੀ ਮੈਂ ਸੁਣਾ ਦਿੰਦਾ ਕਿ ਜਦ ਕਰਤਾ ਅੰਨਦਾਤੇ ਨੇ ਚੈਲੰਜ ਬੇਈਮਾਨਾਂ ਨੂੰ, ਅੱਤਵਾਦੀ ਲੱਗ ਗਏ ਕਹਿਣ ਕਿਸਾਨਾਂ ਨੂੰ। ਓਏ ਹੱਕਾਂ ਦੇ ਲਈ ਲੜਦੇ ਜੇ ਗੱਲ ਆ ਗਈ ਅਣਖਾਂ ਤੇ, ਜੋ ਹੱਥ ਗਲੇ ਨੂੰ ਪੈਂਦੇ ਨੇ ਉਹ ਹੱਥ ਤੋੜ ਦਿਆਂਗੇ। ਜਾਣ ਸਾਡੇ ਤੇ ਚੜ ਆਵੇਂ ਦਿੱਲੀਏ ਨੀ, ਅਸੀਂ ਨੱਕੇ ਮੋੜਨ ਵਾਲੇ ਆ, ਤੇਰਾ ਨੱਕ ਮੋੜ ਦਿਆਂਗੇ। ਧੰਨਵਾਦ ਜੀ। ਔਰ ਰਵਿੰਦਰ ਗਰੇਵਾਲ ਦੇ ਨਾਲ ਗੱਲ ਹੋਈ ਹੈ, ਬਖੂਬੀ ਢੰਗ ਦੇ ਨਾਲ ਉਹਨਾਂ ਨੇ ਇਸ ਕਿਸਾਨੀ ਸੰਘਰਸ਼ ਦੇ ਬਾਰੇ ਦੱਸਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿੱਤ ਜ਼ਰੂਰ ਹੋਏਗੀ।